ਜਦੋਂ ਸ਼ੁਰੂ ਕਰ ਰਹੇ ਆਪਾਂ, ठीक है जी, अपने को नेक्स्ट लास्ट यूनिट हैगा जिहड़ा तुहाडे सिलेबस दा, वो हैगा यूनिट 9। यूनिट 9 हैगा तुहाडे कोल इलैक्ट्रॉनिक डिवाइसेस। इलैक्ट्रॉनिक डिवाइसेस, ठीक है। जिन्ने भी साडे अज दी डेट दे अंदर तुसी इलैक्ट्रॉनिक डिवाइसेस यूज करदे हो, भावें वो लैपटॉप आ, भावें तुहाडा मोबाइल आ, बेशक तुहाडी एलईडी आ, ठीक है, बेशक अपने को कोई भी होर अपने को जिहड़ा इलैक्ट्रॉनिक सर्किट्स वाला डिवाइस हैगा, ये सारे दे सारे डिवाइसेस दे बेसिक्स की ने, ठीक है, जिन्हां दे विच बेसिक्स अपने कोल उन्हां दे की आपां यूज करदे हां, ठीक है। उस चीज नाल डील करदा तुहाडे कोल इलैक्ट्रॉनिक डिवाइसेस वाला चैप्टर। इलैक्ट्रॉनिक डिवाइसेस कहना जी ऐसा इन्हां चों एक वर्ड ले लईए इलैक्ट्रॉनिक। इलैक्ट्रॉनिक्स असीं कहीए ते कहना जी असीं किहनूं कहने ने, कहना इन इलैक्ट्रॉनिक्स वी आर मेनली कहना स्टडी द कंट्रोल्ड फ्लो ऑफ इलैक्ट्रॉन इन अ गिवन सर्किट। किसी भी इलैक्ट्रिकल सर्किट दे अंदर करंट नूं कंट्रोल्ड मैनर दे नाल फ्लो कराना, यानी इलैक्ट्रॉन जिहड़ा करंट जनरेट करदे आ, इलैक्ट्रॉनिक करंट जिहड़ा ਉਹਨੂੰ ਇੱਕ ਕੰਟਰੋਲਡ ਮੈਥਡ ਦੇ ਨਾਲ ਕਿਸੇ ਸਰਕਟ ਦੇ ਵਿੱਚ ਜਦੋਂ ਫਲੋ ਕਰਵਾਣੇ ਤੇ ਉਸ ਮੂਵਮੈਂਟ ਤੇ ਉਸ ਬ੍ਰਾਂਚ ਨੂੰ, ਠੀਕ ਹੈ, ਜਦੋਂ ਅਸੀਂ ਸਟੱਡੀ ਕਰਦੇ ਹਾਂ ਤੁਸੀਂ ਕਹਿੰਦੇ ਇਲੈਕਟ੍ਰੋਨਿਕਸ ਆ ਜੀ। क्या पहले इन्नी गल समझ लगी? यस सर। ਹੁਣ ਇਲੈਕਟ੍ਰੋਨਿਕਸ ਦੇ ਅੰਦਰ ਜੇ ਗੱਲ ਕੰਟੀਨਿਊ ਕਰੀਏ, ਉਹ ਕਹਿੰਦਾ ਜੀ ਜੇ ਦੀ ਮੈਂ ਬੈਕ ਹਿਸਟਰੀ ਵੱਲ ਚੱਲਾਂ, ठीक है, ਤੇ ਇਲੈਕਟ੍ਰੋਨਿਕ ਦੀ ਬੈਕ ਹਿਸਟਰੀ ਔਰ ਹੁਣ ਵਾਲੇ ਦੇ ਵਿੱਚ ਬੇਸਿਕ ਡਿਫਰੈਂਸ ਕਿੱਥੇ ਆ? ਦੋ ਚੀਜ਼ਾਂ ਨੇ। ਨੰਬਰ 1 ਕਹਿੰਦਾ ਜੀ ਡਿਵਾਈਸ ਦੀ ਰਿਲਾਇਬਿਲਿਟੀ, ਠੀਕ ਹੈ। ਨੰਬਰ 2 ਕਹਿੰਦਾ ਡਿਵਾਈਸ ਦੀ ਜਿਹੜੀ ਐਸਐਚ ਕੰਪੈਕਟਨੈਸ ਆਂਦੀ ਪਈ, ਤੇ ਤੀਜਾ ਤੁਹਾਡੇ ਕੋਲ ਡਿਵਾਈਸ ਦੀ ਜਿਹੜੀ ਐਕੂਰੇਸੀ ਹੈ, ਜਿਹੜੀ ਸਪੀਡ ਵੱਧਦੀ ਪਈ। ਉਹ ਕਹਿੰਦਾ ਜੇ ਅਸੀਂ ਐਸਐਚ ਇੱਕ ਪਹਿਲੀ ਟਰਮ ਇਹ ਲਈਏ ਕਿ ਵੀ ਜਿਹੜੇ ਸਾਡੇ ਕੋਲ ਐਸਐਚ ਪੁਰਾਣੇ ਇਲੈਕਟ੍ਰੋਨਿਕ ਡਿਵਾਈਸਿਸ ਸੀ, ਪੁਰਾਣੇ ਮੀਨ ਜਦੋਂ ਤੱਕ ਸੈਮੀ ਕੰਡਕਟਰ ਮਟੀਰੀਅਲ ਦੇ ਬੇਸਡ ਡਿਵਾਈਸਿਸ ਨਹੀਂ ਬਣ ਗਏ, ਜਦੋਂ ਤੱਕ ਸਾਡੇ ਕੋਲ ਸੈਮੀ ਕੰਡਕਟਰ ਮਟੀਰੀਅਲ ਬੇਸਡ ਡਿਵਾਈਸਿਸ ਨਹੀਂ ਅਸੀਂ ਬਣਾਉਣੇ ਸ਼ੁਰੂ ਕੀਤੇ, ਉਸ ਤੋਂ ਪਹਿਲੋਂ ਤੱਕ ਯਾਨੀ 1930 ਤੋਂ ਪਹਿਲੋਂ ਤੱਕ, ठीक है जी, ਜਿਹੜੇ ਸਾਡੇ ਕੋਲ ਐਸਐਚ ਸਰਕਟ ਯੂਜ਼ ਕੀਤੇ ਜਾਂਦੇ ਸੀਗੇ ਹਨਾ, ਉਹਨਾਂ ਨੂੰ ਅਸੀਂ ਕਹਿੰਦੇ ਕਿ ਵੀ ਉਹਨਾਂ ਦੇ ਅੰਦਰ ਜਿਹੜਾ ਮਟੀਰੀਅਲ ਯੂਜ਼ ਕੀਤਾ ਜਾਂਦਾ ਸੀ, ਠੀਕ ਹੈ ਜੀ, ਦੇ ਆਰ ਟੂ ਬੀ ਕਾਲਡ ਐਸ ਦਾ ਵਾਲਵ। ਉਹਨਾਂ ਨੂੰ ਅਸੀਂ ਨਾਮ ਦਿੰਦੇ ਸੀ ਕਿ ਉਹ ਮੇਰੇ ਕੋਲ ਵਾਲਵ ਆ, ਅਸੀਂ ਕਹਿੰਦੇ ਕਿ ਉਹ ਮੇਰੇ ਵਾਲਵਸ ਨੇ, ਠੀਕ ਹੈ। ਵਾਲਵਸ ਬੇਸਿਕਲੀ ਇੱਕ ਸਿੰਗਲ ਡਾਇਰੈਕਸ਼ਨ ਫਲੋ ਆਫ ਕਰੰਟ ਦਿੰਦਾ। ਸਿੰਗਲ ਡਾਇਰੈਕਸ਼ਨ ਫਲੋ ਆਫ ਕਰੰਟ ਦਾ ਮਤਲਬ ਇਹ ਹੋਏਗਾ कि उस एक डायरेक्शन तो करंट जेड़ा दूसरी डायरेक्शन च इको मतलब फ्लो करदा, ओदी मल्टीपल डायरेक्शंस जनरेट नहीं हुंदी। जिदा पानी नूं कंट्रोल करनी असीं वाल्व ला दिंदे, असीं कहंदे गेट वाल लाता, ठीक है जी, वो पानी दा फ्लो रोक रहेगा या चला देगा। एक सिंगल डायरेक्शन च ओदा फ्लो ओने कंट्रोल करना, जिदा ओनू गेट वाल्व कहंदे आ। इदां ही इलैक्ट्रॉनिक सर्किट दे अंदर करंट दे कंट्रोल वास्ते ਅਸੀਂ ਕਹਿੰਦੇ ਸਿੰਗਲ ਡਾਇਰੈਕਸ਼ਨ ਉਹਦਾ ਫਲੋ ਉਸ ਵੇਲੇ ਅਸੀਂ ਮੇਨਟੇਨ ਕਰਦੇ ਸੀ ਯੂਜ਼ਿੰਗ ਦਾ ਕਨਸੈਪਟ ਆਫ ਵਾਲਵ। ਔਰ ਵਾਲਵ ਬੇਸ ਜਿਹੜੇ ਡਿਵਾਈਸਿਸ ਸੀਗੇ ਉਹਨਾਂ ਨੂੰ ਅਸੀਂ ਨਾਮ ਦਈਏ ਤੇ ਅਸੀਂ ਕਹਿੰਦੇ ਸੀ ਉਹਨਾਂ ਚ ਮੇਨ ਕੰਪੋਨੈਂਟ ਹੁੰਦਾ ਸੀ, ਉਹਨੂੰ ਅਸੀਂ ਨਾਮ ਦਿੰਦੇ ਵੈਕਿਊਮ ਟਿਊਬ। ਜਿਹੜੇ ਪੁਰਾਣੇ ਸਾਡੇ ਡਿਵਾਈਸਿਸ ਸੀਗੇ, ਪੁਰਾਣੇ ਡਿਵਾਈਸਿਸ ਕਿਹੜੇ ਹੋਏ, ਜਿੱਦਾਂ ਜੇ ਤੁਸੀਂ ਇਹ ਲਾ ਲਓ ਕਿ ਜਿਹੜੇ ਸਾਡੇ ਪੁਰਾਣੇ ਰੇਡੀਓ ਆ, ठीक है, जे तुहाडे कोल किसी को पुराने टाइम का रेडियो किसी ने देखा होवे या पुराने टाइम का टैलीविजन देखा होवे, पहले जिहड़े टैलीविजन आते सीगे, ठीक है जी, एडे एडे वड्डे साइज दे विच साडे कोल जिहड़ा कहंदा जी एसएच उन्हां दी कह लो कि थिकनेस सीगी। अज दी डेट च जिहड़े डिवाइसेस तुसीं आपां जे टीवी दी गल करिए, तुसीं एलईडी यूज करदे हो, लाइट एमिटिंग डायोड, ये ओहदा एक सिंपल जिहा वर्ड आपां ओनू एक्सप्लेन करदे पए। ਜਿਹੜੇ ਸਾਡੇ ਘਰਾਂ 'ਚ ਐਲਈਡੀਜ਼ ਲੱਗੀਆਂ ਹੋਈਆਂ, ਟੀਵੀ ਜਿਹਨੂੰ ਅਸੀਂ ਟੀਵੀ ਕਹਿੰਦੇ ਹਾਂ ਹਨਾ, ਉਹਦੀ ਥਿਕਨੈਸ ਜਿਹੜੀ ਆ ਸ਼ਾਇਦ ਆ 2 ਫਿੰਗਰ ਦੇ ਵਿਚਲਾ ਜਿਹੜਾ ਪੋਰਸ਼ਨ ਦਿਖਾ ਰਿਹਾ 10 mm ਹੋਇਆ, 12 mm ਹੋਇਆ, ਏਡੀ ਮੋਟੀ ਸਕਰੀਨ ਆ ਸਾਡੀ। ਜਦ ਕਿ ਪਹਿਲੇ ਜਿਹੜੇ ਟੀਵੀ ਸੀਗੇ ਸਾਡੇ ਟੈਲੀਵਿਜ਼ਨ ਹਨਾ, ਉਹ ਏਡੇ ਏਡੇ ਚੌੜੇ, ਕਹਿੰਦਾ ਜੀ ਸਾਡੇ ਕੋਲ ਜਿਹੜੇ ਐਸਐਚ ਕਹ ਲਓ ਕਿ ਟੀਵੀ ਹੁੰਦੇ ਸੀ, ਚੌੜਾ ਇੱਕ ਇਸ ਵੇ ਨਾ ਹੋ ਗਿਆ, ਇੰਨੀ ਉਹਦੀ ਮਤਲਬ ਡੈਪਥ ਹੁੰਦੀ ਸੀ
ਤੇ ਜੇ ਉਹਦਾ ਸਰਕਟ ਅਸੀਂ ਪਿੱਛੋਂ ਖੋਲ ਕੇ ਦੇਖੀਏ ਤੇ ਏਡੀਆਂ ਏਡੀਆਂ ਵੱਡੀਆਂ ਉਹਦੇ 'ਚ ਇਲੈਕਟ੍ਰੋਨਿਕ ਪਲੇਟਸ ਲੱਗੀਆਂ ਹੁੰਦੀਆਂ ਸੀ ਜਿਨ੍ਹਾਂ 'ਚ ਸਾਰਾ ਸਰਕਟ ਹੁੰਦਾ ਸੀ। ਤੇ ਖਾਸ ਕਰਕੇ ਉਹਨਾਂ ਦੇ ਵਿੱਚ ਨੋਟਿਸ ਕਰਨ ਵਾਲੀ ਚੀਜ਼ ਇੱਕ ਹੁੰਦੀ ਸੀਗੀ ਕਿ ਉਹਨਾਂ 'ਚ ਕੱਚ ਦੀਆਂ ਟਿਊਬਾਂ ਲੱਗੀਆਂ ਹੁੰਦੀਆਂ ਸੀ। ਕਿ ਮੇਰੀ ਗੱਲ ਸਮਝ ਲੱਗ ਰਹੀ ਜੋ ਮੈਂ ਦੱਸਦਾ ਪਿਆ? Yes, sir. Yes, Yes, sir. sir. ਜਿਹੜੇ ਪੁਰਾਣੇ ਰੇਡੀਓ ਆ, ਠੀਕ ਹੈ, ਅੱਜ ਵੀ ਜੇ ਕਿਸੇ ਕੋਲ ਬਜ਼ੁਰਗ ਕੋਲ ਪੁਰਾਣਾ ਕੋਈ ਰੇਡੀਓ ਪਿਆ ਹੋਵੇ, ਠੀਕ ਹੈ, ਵੱਡੇ ਵੱਡੇ ਰੇਡੀਓ ਹੁੰਦੇ ਸੀਗੇ ਉਸ ਵੇਲੇ, ਠੀਕ ਹੈ ਜੀ, ਉਹਨਾਂ ਡਿਵਾਈਸਿਸ ਦੇ ਵਿੱਚ ਤੇ ਹੁਣ ਵਾਲੇ ਡਿਵਾਈਸਿਸ ਦੇ ਅੰਦਰ ਇੱਕ ਮੇਜਰ ਡਿਫਰੈਂਸ ਆ। ਔਰ ਉਹ ਮੇਜਰ ਡਿਫਰੈਂਸ ਇਹ ਹੈਗਾ ਕਿ ਵੀ ਉਹਨਾਂ ਡਿਵਾਈਸਿਸ ਨੂੰ ਜਦੋਂ ਅਸੀਂ ਆਪਰੇਟ ਕਰਦੇ ਸੀਗੇ ਤੇ ਉਹਨਾਂ ਡਿਵਾਈਸਿਸ ਨੂੰ ਆਪਰੇਟ ਵੇ ਕਰਨ ਲੱਗੇ, ਠੀਕ ਹੈ ਜੀ, ਮੈਨੂੰ ਐਸ ਸੱਚ ਕਹਿੰਦਾ ਜੀ ਉਹਦੇ ਸਵਿਚਿੰਗ ਪਰਪਸ ਦੇ ਅੰਦਰ ਟਾਈਮ ਬਹੁਤ ਜ਼ਿਆਦਾ ਚਾਹੀਦਾ ਸੀ। ਮਤਲਬ ਕਿ ਇਸ ਲਾਈਨ ਮੈਂ ਇੱਕ ਐਗਜ਼ਾਮਪਲ ਕੋਡ ਕਰਾਂਗਾ ਕਿ ਵੀ ਉਹਨਾਂ ਡਿਵਾਈਸਿਸ ਦੇ ਅੰਦਰ ਤੁਹਾਡੇ ਕੋਲ ਕੀ ਹੁੰਦਾ ਸੀਗਾ, ਜਿਹੜੇ ਵੈਕਿਊਮ ਟਿਊਬ ਬੇਸਡ ਡਿਵਾਈਸ ਹੁੰਦੇ ਸੀਗੇ ਉਹਨਾਂ 'ਚ ਕੱਚ ਦੀਆਂ ਟਿਊਬਾਂ ਲੱਗੀਆਂ ਹੁੰਦੀਆਂ ਸੀ, ਠੀਕ ਹੈ ਜੀ। ਜਦੋਂ ਤੁਸੀਂ ਔਨ ਕਰਦੇ ਹੋ, ਠੀਕ ਹੈ ਜੀ, ਆਪਣੇ ਰੇਡੀਓ ਨੂੰ ਜਾਂ ਟੀਵੀ ਨੂੰ, ਉਹਨਾਂ ਕੱਚ ਦੀ ਟਿਊਬਸ ਦੇ ਅੰਦਰ ਕੈਥੋਡ ਐਨੋਡ ਦੇ ਜਿਹੜੇ ਟਰਮੀਨਲਸ ਬਣਦੇ ਹੁੰਦੇ ਸੀਗੇ, ਉਹਨਾਂ 'ਚ ਜਦੋਂ ਕਰੰਟ ਪਾਸ ਹੁੰਦਾ ਸੀਗਾ ਉਹਨਾਂ ਡਿਵਾਈਸਿਸ ਦੇ ਅੰਦਰ ਤੇ ਉਹ ਹੀਟ ਪ੍ਰੋਡਿਊਸ ਕਰਦੇ ਸੀ। ਫਿਰ ਜਦੋਂ ਉਹ ਟਿਊਬ ਹੀਟ ਅਪ ਹੁੰਦੀ ਸੀਗੀ ਫਿਰ ਉਹ ਉਸ ਡਿਵਾਈਸ ਦੇ ਥਰੂ ਇਲੈਕਟ੍ਰੀਕਲ ਸਿਗਨਲ ਜਿਹੜੇ ਉਹ ਜਨਰੇਟ ਹੁੰਦੇ ਸੀ। ਇਹਨੂੰ ਇੱਕ ਐਗਜ਼ਾਮਪਲ ਨਾਲ ਕੋਡ ਕਰਨਾ ਤੇ ਇਦਾਂ ਮਸ਼ਹੂਰ ਆ, ਪੁਰਾਣੀ ਗੱਲ ਆਪਾਂ ਕਰਨੀ ਹੋਵੇ ਕਿ ਜੇ 7:30 ਵਜੇ ਤੁਸੀਂ ਖਬਰਾਂ ਸੁਣਨੀਆਂ ਸੀ ਨਾ, ਉਦੋਂ ਕੀ ਹੁੰਦਾ ਸੀ ਰੇਡੀਓ ਦੇ ਉੱਤੇ, ਠੀਕ ਹੈ, ਜਾਂ ਟੀਵੀ ਦੇ ਉੱਤੇ, ਠੀਕ ਹੈ ਜੀ, 7:30 ਵਜੇ ਨਾ ਖਬਰਾਂ ਆਉਂਦੀਆਂ ਹੁੰਦੀਆਂ ਸੀ ਦੂਰਦਰਸ਼ਨ ਤੋਂ, ਠੀਕ ਹੈ, ਹੋਰ ਕੋਈ ਚੈਨਲ ਨਹੀਂ ਚੱਲਦੇ ਹੁੰਦੇ ਸੀ। ਤੇ 7:30 ਦੀਆਂ ਜੇ ਤੁਸੀਂ ਖਬਰਾਂ ਸੁਣਨੀਆਂ ਹੁੰਦੀਆਂ ਸੀ ਨਾ ਤੇ ਤੁਸੀਂ 7:25 ਤੇ ਟੀਵੀ ਔਨ ਕਰੋਗੇ ਫੇਰ ਜਾ ਕੇ 7:30 ਤੁਸੀਂ ਖਬਰਾਂ ਸੁਣ ਸਕਦੇ ਸੀ। ਬੇਸਿਕਲੀ ਕੀ ਸੀਗਾ, ਉਹਨਾਂ ਦੇ ਅੰਦਰ ਜਿਹੜੇ ਵੈਕਿਊਮ ਟਿਊਬਸ ਲੱਗੀਆਂ ਸੀ, ਜਦੋਂ ਤੁਸੀਂ ਔਨ ਕਰਤਾ ਵੈਕਿਊਮ ਟਿਊਬ ਵਾਲੇ ਕੰਪੋਨੈਂਟ ਦੇ ਵਿੱਚ ਪਹਿਲਾਂ ਕਰੰਟ ਫਲੋ ਕਰਕੇ ਉਹ 'ਚ ਹੀਟ ਜਨਰੇਟ ਕਰਦਾ ਸੀ, ਫਿਰ ਉਹ ਹੀਟ ਬੇਸ ਡਿਵਾਈਸਿਸ ਜਿਹੜੇ ਸੀ ਉਹ ਇਲੈਕਟ੍ਰੀਕਲ ਸਿਗਨਲ ਜਨਰੇਟ ਕਰਦੇ ਸੀ ਤੇ ਫਿਰ 에ਅਰ ਚੋਂ ਆਉਂਦੇ ਸਿਗਨਲ ਨੂੰ ਰਿਸੀਵ ਕਰਕੇ ਤੁਹਾਨੂੰ ਟੀਵੀ ਦੇ ਉੱਤੇ ਪਿਕਚਰ ਤੇ ਆਡੀਓ, ਇਹ ਦੋ ਚੀਜ਼ਾਂ ਪ੍ਰੋਵਾਈਡ ਕਰਦੇ ਸੀ। ਉਸ ਸਾਰੇ ਕੰਮ ਦੇ ਅੰਦਰ ਇੱਕ ਮੇਰੇ ਕੋਲ ਕਹਿੰਦਾ ਜੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈਗਾ ਸਿਗਨਲ ਨੂੰ ਐਸ ਚ ਰਿਸੀਵ ਕਰਨ ਵਾਸਤੇ। ਪਰ ਜਿਹੜੇ ਅੱਜ ਦੇ ਡੇਟ ਦੇ ਅੰਦਰ ਅਸੀਂ ਡਿਵਾਈਸਿਸ ਯੂਜ਼ ਕਰਦੇ, ਮੰਨ ਲਓ ਟੀਵੀ ਦੀ ਗੱਲ ਹੀ ਕਰਾਂ, ਹਨਾ, ਤੁਸੀਂ ਔਨ ਕਰਦੇ ਹੋ ਟੀਵੀ ਤੇ ਤੁਸੀਂ ਨੋਟਿਸ ਕਰੋ ਕਿ ਇਮੀਡੀਏਟ ਤੁਹਾਡਾ ਡਿਵਾਈਸ ਜਿਹੜਾ ਉਹ ਰਿਸਪੌਂਡ ਕਰਦਾ, ਯਾਨੀ ਵਿਦਿਨ ਅ ਸੈਕਿੰਡ ਜਿਹੜਾ ਤੁਹਾਡਾ ਡਿਵਾਈਸ ਆ ਔਨ ਕਰਦੇ ਸਾਰ ਹੀ ਉਹ ਸਿਗਨਲ ਰਿਸੀਵ ਕਰ ਲੈਂਦਾ। ਇਹ ਐਸ ਸੱਚ ਫਰਕ ਪਿਆ ਇੱਕ ਚੀਜ਼ ਮੇਨ ਦਾ ਕਿ ਪਹਿਲੀ ਜਿੰਨੀ ਟੈਕਨੋਲੋਜੀ ਆ ਉਹ ਵੈਕਿਊਮ ਟਿਊਬ ਬੇਸ ਸੀਗੀਆਂ, ਜਿਹੜੀ ਹੁਣ ਨਵੀਂ ਟੈਕਨੋਲੋਜੀ ਸਾਰੀ ਅਸੀਂ ਯੂਜ਼ ਕਰਦੇ ਆ ਇਹ ਮੇਰੇ ਕੋਲ ਚਿਪ ਬੇਸ ਟੈਕਨੋਲੋਜੀ ਆ, ਇੰਟੀਗ੍ਰੇਟਿਡ ਸਰਕਟ, ਠੀਕ ਹੈ। ਇੰਟੀਗ੍ਰੇਟਿਡ ਸਰਕਟ ਨੂੰ ਸ਼ਾਰਟ ਚ ਅਸੀਂ ਆਈਸੀ ਕਹਿੰਦੇ ਜਾਂ ਇਹਨੂੰ ਅਸੀਂ ਸ਼ਾਰਟ ਚ ਜਾਂ ਕਾਮਨ ਵਰਡ ਦੇ ਲਈ ਚਿਪ ਬੋਲਦੇ ਆ ਕਿ ਵੀ ਹੁਣ ਵਾਲੇ ਜਿੰਨੇ ਡਿਵਾਈਸਿਸ ਨੇ ਇਹਨਾਂ ਚ ਆਈਸੀ ਲੱਗੇ ਹੋਏ ਆ, ਠੀਕ ਹੈ, ਤੇ ਉਹ ਆਈਸੀ ਇਨਸਟੈਂਟ ਰਿਸਪੌਂਡ ਕਰਦੇ ਆ, ਠੀਕ ਹੈ ਜੀ, ਆਪਣੇ ਕਿਸੇ ਵੀ ਇਲੈਕਟ੍ਰੀਕਲ ਸਿਗਨਲ। ਕਿਆ ਇੰਨੀ ਗੱਲ ਸਮਝ ਲੱਗਦੀ ਵੀ? Yes, sir. Yes, sir. ਦੂਜਾ, ਜੇ ਤੁਸੀਂ ਐਸ ਚ ਯਾਦ ਹੋਵੇ ਸ਼ਾਇਦ ਤੁਸੀਂ ਲੋਅਰ ਕਲਾਸਿਸ ਦੇ ਅੰਦਰ ਪੜਿਆ ਜਨਰੇਸ਼ਨ ਆਫ ਕੰਪਿਊਟਰਸ, ਉਹ ਚ, ਠੀਕ ਹੈ ਜੀ, ਤੁਸੀਂ ਨੋਟਿਸ ਕਰੋ ਕਿ ਵੀ ਜਿਹੜੇ ਫਸਟ ਜਨਰੇਸ਼ਨ ਕੰਪਿਊਟਰ ਸੀਗੇ, ਠੀਕ ਹੈ, ਤੇ ਜਿਹੜੀ ਰੀਸੈਂਟ ਜਨਰੇਸ਼ਨ ਕੰਪਿਊਟਰ ਹੈਗੇ ਆ ਉਹਨਾਂ ਚ ਇੱਕ ਨਾ ਲਿਮਿਟੇਸ਼ਨ ਅਸੀਂ ਲਿਖਦੇ ਸੀ ਫਸਟ ਜਨਰੇਸ਼ਨ ਸੈਕੰਡ ਜਨਰੇਸ਼ਨ ਦੇ ਅੰਦਰ, ਆ ਕਹਿੰਦਾ ਜੀ 에ਅਰ ਕੰਡੀਸ਼ਨਿੰਗ ਇਜ਼ ਰਿਕੁਆਇਰਡ। 에ਅਰ ਕੰਡੀਸ਼ਨਿੰਗ ਇਜ਼ ਰਿਕੁਆਇਰਡ ਦਾ ਮਤਲਬ ਸੀ ਕਿ ਉਹ ਡਿਵਾਈਸਿਸ ਦੇ ਅੰਦਰ ਜਿਹੜੀ ਹੀਟ ਪ੍ਰੋਡਿਊਸ ਹੁੰਦੀ ਸੀ ਇੰਨੀ ਜ਼ਿਆਦਾ, ਕਿਉਂਕਿ ਵੈਕਿਊਮ ਟਿਊਬ ਬੇਸ ਸੀਗੇ ਉਹਨਾਂ 'ਚ ਹੀਟ ਬਹੁਤ ਬਣਦੀ ਸੀ, ਤੇ ਉਸ ਹੀਟ ਨੂੰ ਕੰਟਰੋਲ ਕਰਨ ਵਾਸਤੇ ਜਾਂ ਘਟਾਉਣ ਵਾਸਤੇ ਸਾਨੂੰ ਉਹਨਾਂ ਡਿਵਾਈਸਿਸ ਨੂੰ ਠੰਡਾ ਕਰਨਾ ਪੈਂਦਾ ਸੀ। ਇਸ ਲਈ ਆਪਣੇ ਕੋਲ ਉਸ ਮੂਵਮੈਂਟ ਦੇ ਜਿਹੜੇ ਡਿਵਾਈਸਿਸ ਸੀਗੇ ਉਹਨਾਂ ਦੇ ਅੰਦਰ 에ਅਰ ਕੰਡੀਸ਼ਨਿੰਗ ਦਾ ਜਿਹੜਾ ਵਾ ਉਹ ਰੋਲ ਬਹੁਤ ਮੇਜਰ ਹੁੰਦਾ ਸੀ। ਤੀਜਾ, ਉਹ ਡਿਵਾਈਸਿਸ ਜਿਹੜੇ ਪੁਰਾਣੇ ਟਾਈਮ 'ਚ ਅਸੀਂ ਯੂਜ਼ ਕਰਦੇ ਸੀ ਵੈਕਿਊਮ ਟਿਊਬ ਬੇਸਡ ਟੈਕਨੋਲੋਜੀ ਜਿਹੜੀ ਸੀਗੀ ਉਹਦੇ ਵਿੱਚ ਡਿਵਾਈਸ ਦਾ ਸਾਈਜ਼ ਜਿਹੜਾ ਵਾ ਹਨਾ ਉਹ ਬਹੁਤ ਵੱਡਾ ਹੁੰਦਾ ਸੀ। ਤੁਸੀਂ ਕਦੀ ਨੈਟ ਦੇ ਉੱਤੇ ਪਾ ਕੇ ਦੇਖੋ ਕਿ ਵੀ ਪਹਿਲੇ ਟਾਈਮ ਦੇ ਵਿੱਚ ਜੇ ਮੰਨ ਲਓ ਮੇਰੇ ਕੋਲ ਜਿਹੜੀ ਆ ਉਹ 1 MB ਦੀ ਮੇਰੇ ਕੋਲ ਹਾਰਡ ਡਿਸਕ ਹੋਵੇ, 1 MB ਕਹਿ ਰਿਹਾ, ਠੀਕ ਹੈ, ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ 2 ਟੈਰਾਬਾਈਟ ਦੀ ਹਾਰਡ ਡਿਸਕ ਵੀ ਆਉਂਦੀ ਆ, ਠੀਕ ਹੈ, ਤੇ ਆਪਣੇ ਕੋਲ ਨਿੱਕੀਆਂ ਨਿੱਕੀਆਂ ਪੈਨ ਡਰਾਈਵਾਂ ਜਿਹੜੀਆਂ ਨੇ ਉਹ 1 ਟੈਰਾਬਾਈਟ ਤੱਕ ਦੀ 1 TB 100 GB
ठीक है जी, ਇੰਨੀਆਂ ਹਾਈ ਕੈਪੈਸਿਟੀ ਦੀਆਂ ਪੈਨ ਡਰਾਈਵਸ ਵੀ ਆਉਂਦੀਆਂ। ਪਰ ਜਿਹੜੇ ਪਹਿਲੇ ਟਾਈਮ ਦੇ ਵਿੱਚ ਤੁਹਾਡੇ ਕੋਲ ਜਦੋਂ ਇਹ ਕੰਪਿਊਟਰ ਨੂੰ ਅਸੀਂ ਡਿਵੈਲਪ ਕੀਤਾ ਤੇ ਉਹ ਐਸ ਸੱਚ ਵੈਕਿਊਮ ਟਿਊਬ ਬੇਸ ਸੀਗਾ। ਇਹ ਮੈਂ ਜੋ ਕਰਾ ਰਿਹਾ ਸਿਰਫ ਇੰਟਰੋਡਕਸ਼ਨ ਦੀ ਗੱਲ ਕਰ ਰਿਹਾ ਜੇ ਤੁਹਾਡੇ ਤੇ ਇਹਨਾਂ ਡਿਵਾਈਸਿਸ ਦੇ ਅੰਦਰ ਤੁਹਾਡੇ ਕੋਲ ਜਿਹੜੇ ਵੈਕਿਊਮ ਟਿਊਬ ਸੀਗੀਆਂ ਉਹਨਾਂ ਨੂੰ ਅਸੀਂ ਐਸ ਸੱਚ ਜੋੜ ਕੇ ਕੈਪੈਸਿਟਰ ਉੱਚ ਲਗਾ ਕੇ ਕੈਪੈਸਿਟਰ ਆਪਣੇ ਆਪ ਚ ਇੱਕ ਚਾਰਜ ਸਟੋਰੇਜ ਡਿਵਾਈਸ ਆ ਤੇ ਉਹਨੂੰ ਅਸੀਂ ਮੈਮਰੀ ਸਟੋਰੇਜ ਡਿਵਾਈਸ ਵੀ ਕਹਿੰਦੇ। ਠੀਕ ਹੈ ਜੀ, ਯਾਨੀ ਜਿਹੜੀ ਆਪਣੇ ਪਹਿਲੇ ਐਸ ਐਚ ਮੈਮਰੀ ਡਿਵਾਈਸਿਸ ਸੀਗੇ ਉਹ ਕੈਪੈਸਿਟਰ ਬੇਸ ਸੀਗੇ। ਹੁਣ ਉਹਨਾਂ ਸਾਰੇ ਡਿਵਾਈਸਿਸ ਦੇ ਅੰਦਰ ਕੀ ਪ੍ਰੋਬਲਮ ਆਉਂਦੀ ਸੀਗੀ ਕਿ ਵੀ ਜੇ ਤੁਸੀਂ 1 MB ਦੀ ਐਸ ਐਚ ਮੰਨ ਲਓ ਹਾਰਡ ਡਿਸਕ ਬਣਾਈ ਆ ਤੇ ਜਿੱਡੇ ਵੱਡੇ ਕਮਰੇ 'ਚ ਆਪਾਂ ਬੈਠਦੇ ਆ ਹਨਾ, ਏਡਾ ਵੱਡਾ ਕਮਰਾ ਜਿਹੜਾ ਨਾ ਉਹ 1 MB ਦੀ ਹਾਰਡ ਡਿਸਕ ਬਣਦਾ ਸੀ। ਮਤਲਬ ਇੰਨੀ ਸਪੇਸ ਚਾਹੀਦੀ ਸੀਗੀ, ਠੀਕ ਹੈ ਜੀ, 1 MB ਦੀ ਹਾਰਡ ਡਿਸਕ ਨੂੰ ਇੰਸਟਾਲ ਕਰਨ ਵਾਸਤੇ। ਠੀਕ ਆ, ਜਦ ਕਿ ਅੱਜ ਦੀ ਡੇਟ ਦੇ ਅੰਦਰ ਠੀਕ ਹੈ ਜੀ ਤੁਹਾਡੇ ਕੋਲ ਸ਼ਾਇਦ ਆ ਫਿੰਗਰ ਦਾ ਜਿੰਨਾ ਪੋਰਸ਼ਨ ਦਿਖਾ ਰਿਹਾ ਇਹ ਵੀ ਵੱਡਾ ਵਾ। ਠੀਕ ਹੈ ਜੀ, ਇੱਕ ਟੀਵੀ ਦੀ ਆਪਣੇ ਕੋਲ ਜੇ ਅਸੀਂ ਐਸ ਸੱਚ ਕਹਿ ਲਓ ਕਿ ਵੀ ਸਟੋਰੇਜ ਡਿਵਾਈਸ ਬਣਾਣੀ ਹੋਵੇ, ਇਹ ਸਾਰੀ ਚੀਜ਼ ਪੋਸੀਬਲ ਹੋਈ। ਹੁਣ ਕਨਕਲੂਡ ਕਰਨ ਜਾ ਰਿਹਾ, ਇਹ ਸਾਰੀ ਚੀਜ਼ ਪੋਸੀਬਲ ਹੋਈ ਕਦੋਂ? ਜਦੋਂ ਸਾਡੇ ਕੋਲ ਸੈਮੀ ਕੰਡਕਟਰ ਬੇਸ ਸਾਰੀ ਟੈਕਨੋਲੋਜੀ ਆ ਗਈ। ਸੈਮੀ ਕੰਡਕਟਰ ਬੇਸ ਟੈਕਨੋਲੋਜੀ ਦੇ ਅੰਦਰ ਸਭ ਤੋਂ ਪਹਿਲਾਂ ਜਿਹੜੇ ਟੌਪਿਕ ਹੁਣ ਕੱਟੇ ਗਏ ਆਪਣੇ ਉਹਨਾਂ ਚੋਂ ਇੱਕ ਵਰਡ ਲੈ ਰਿਹਾ ਟ੍ਰਾਂਜ਼ਿਸਟਰ। ਟ੍ਰਾਂਜ਼ਿਸਟਰ ਉਹਨੂੰ ਨਹੀਂ ਕਹਿ ਰਿਹਾ ਜਿਹੜਾ ਅਸੀਂ ਰੇਡੀਓ, ਜਿਹਦਾ ਦੂਜਾ ਨਾਮ ਆ ਕਿ ਅਸੀਂ ਕਹਿੰਦੇ ਜੀ ਆ ਰੇਡੀਓ ਲਾਓ ਉਹਦੇ ਨਾਲ ਟ੍ਰਾਂਜ਼ਿਸਟਰ ਔਨ ਕਰ। ਠੀਕ ਹੈ, ਟ੍ਰਾਂਜ਼ਿਸਟਰ ਉਹਨੂੰ ਨਹੀਂ ਕਹਿ ਰਿਹਾ। ਟ੍ਰਾਂਜ਼ਿਸਟਰ ਤੁਹਾਡੇ ਕੋਲ ਤੁਹਾਡੇ ਇਲੈਕਟ੍ਰੋਨਿਕ ਸਰਕਟ ਦਾ ਇੱਕ ਕੰਪੋਨੈਂਟ ਆ। ਠੀਕ ਹੈ, ਜਿਹੜਾ ਐਸ ਸੱਚ ਮੇਰੇ ਕੋਲ ਜਿਹੜਾ ਵਾ ਪੀ ਟਾਈਪ ਤੇ ਐਨ ਟਾਈਪ ਸੈਮੀ ਕੰਡਕਟਰਸ ਨੂੰ ਮਿਲਾ ਕੇ ਕਹਿੰਦਾ ਜੀ ਬਣਦਾ ਸੀ। ਠੀਕ ਹੈ, ਉਹਦੇ 3 ਟਰਮੀਨਲ ਹੁੰਦੇ ਸੀਗੇ, ਇੱਕ ਅਮੀਟਰ, ਇੱਕ ਬੇਸ, ਇੱਕ ਕਲੈਕਟਰ। ਅਮੀਟਰ ਕਰੰਟ ਕੈਰੀਅਰ ਛੱਡਦਾ ਸੀ, ਇਲੈਕਟ੍ਰੋਨ ਛੱਡਦਾ ਸੀ, ਬੇਸ ਦੇ ਥਰੂ ਹੋ ਕੇ ਕਹਿੰਦਾ ਜੀ ਲੰਘ ਕੇ ਜਾਂਦੇ ਸੀ ਤੇ ਕਲੈਕਟਰ ਉਹਨਾਂ ਨੂੰ ਕਲੈਕਟ ਕਰਦਾ ਸੀ। ਯਾਨੀ ਆ ਮੈਂ ਫਿੰਗਰ ਲੈ ਕੇ ਚੱਲਾਂ ਤੇ ਇਸ ਫਿੰਗਰ ਦਾ ਆ ਸੈਕਸ਼ਨ ਜਿਹੜਾ ਹੋਏਗਾ ਇਹ ਮੰਨ ਲਓ ਮੇਰੇ ਕੋਲ ਅਮੀਟਰ ਦਾ ਪਾਰਟ ਹੋ ਗਿਆ। ਆ ਵਿਚਲਾ ਜਿਹੜਾ ਸੈਂਡਵਿਚ ਲੇਅਰ ਆ ਇਹਨੂੰ ਮੰਨੇ ਬੇਸ ਵਾਲਾ ਰੀਜਨ ਆ ਗਿਆ ਤੇ ਆਹ ਪੋਰਸ਼ਨ ਮੇਰਾ ਕਲੈਕਟਰ। ਅਮੀਟਰ ਨੇ ਕਰੰਟ ਕੈਰੀਅਰ ਛੱਡਨੇ, ਠੀਕ ਹੈ ਜੀ, ਬੇਸ ਤੋਂ ਹੋ ਕੇ ਨਿਕਲਨੇ ਤੇ ਕਲੈਕਟਰ ਨੇ ਉਹ ਕੈਰੀਅਰ ਰਿਸੀਵ ਕਰਨਾ। ਠੀਕ ਹੈ, ਇਹ ਉਹਦਾ ਇੱਕ ਬੇਸਿਕ ਮੈਕੈਨਿਜ਼ਮ। ਹੁਣ ਇਹ ਟ੍ਰਾਂਜ਼ਿਸਟਰ ਜਦੋਂ ਤੁਹਾਡਾ ਇਨਵੈਂਟ ਕਰ ਲਿਆ ਗਿਆ, ਠੀਕ ਹੈ, ਫਿਰ ਇਸ ਤੋਂ ਬਾਅਦ ਅਸੀਂ ਜਿੱਦਾਂ ਕੰਪਿਊਟਰ ਦੀਆਂ ਡਿਫਰੈਂਟ ਜਨਰੇਸ਼ਨ ਪੜ੍ਹਦੇ ਆ ਉਹਦੇ ਵਿੱਚ ਸਾਡੇ ਕੋਲ ਆਉਂਦਾ ਗਿਆ ਕਿ ਵੀ ਸ਼ੁਰੂ ਦੇ ਵਿੱਚ ਐਸ ਸੱਚ ਟ੍ਰਾਂਜ਼ਿਸਟਰ, ਕੈਪੈਸਿਟਰ, ਰੈਜ਼ਿਸਟਰ ਇਹ ਸਾਰੇ ਕੰਪੋਨੈਂਟ ਜਿਹੜੇ ਨਾ ਇੱਕ ਪਲੇਟ ਦੇ ਉੱਤੇ ਸਾਰੇ ਵੱਖਰੇ ਲੱਗਦੇ ਸੀਗੇ ਤੇ ਉਹਦੇ ਡਿਫਰੈਂਟ ਸੈਕਸ਼ਨ ਬਣਦੇ ਸੀ। ਮਤਲਬ ਪੁਰਾਣੇ ਟਾਈਮ ਦੇ ਟੀਵੀ ਦੀ ਗੱਲ ਕਰਾਂ ਤੇ ਉਹ ਚ ਅਸੀਂ ਇਦਾਂ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਯਾਰ ਇਹਦੀ ਨਾ ਆਵਾਜ਼ ਆਣੀ ਬੰਦ ਹੋ ਗਈ ਤੇ ਉਹ ਕੀ ਕਰਦਾ ਸੀਗਾ ਉਸ ਮੂਮੈਂਟ ਤੇ ਜਿਹੜਾ ਮਕੈਨਿਕ ਆ ਉਹ ਕਹਿੰਦਾ ਜੀ ਇਹਦਾ ਆ ਆਡੀਓ ਸੈਕਸ਼ਨ ਆ, ਇਸ ਆਡੀਓ ਸੈਕਸ਼ਨ ਚ ਦੇਖਦੇ ਕਿੱਥੇ ਪ੍ਰੋਬਲਮ ਆ। ਵੀਡੀਓ ਸੈਕਸ਼ਨ ਸਹੀ ਆ, ਵੀਡੀਓ ਆਉਂਦੀ ਪਈ। ਮਤਲਬ ਜਦੋਂ ਟੀਵੀ ਨੇ ਸਿਗਨਲ ਲੈਣਾ ਤੇ ਉਹਦੇ ਸਿਗਨਲ ਨੂੰ 2 ਪਾਰਟਸ ਚ ਸਪਲਿਟਿੰਗ ਹੋ ਜਾਂਦੀ, ਇੱਕ ਆਡੀਓ ਇੱਕ ਵੀਡੀਓ ਸੈਕਸ਼ਨ। ਆਵਾਜ਼ ਸੁਣਦੀ ਪਈ? ਯੈਸ ਸਰ। Yes, sir. ਚਲੋ ਇਹਦਾ ਮਤਲਬ ਇਹ ਹੋ ਗਿਆ ਕਿ ਉਦੋਂ ਜਿਹੜੇ ਉਹ ਡਿਵਾਈਸਿਸ ਸੀਗੇ ਉਹਦੇ ਆਡੀਓ ਸੈਕਸ਼ਨ ਦੇ ਅੰਦਰ ਰੈਜ਼ਿਸਟਰ, ਕੈਪੈਸਿਟਰ, ਠੀਕ ਹੈ ਜੀ, ਇਹ ਸਾਰੇ ਕੰਪੋਨੈਂਟ ਅਲੱਗ-ਅਲੱਗ ਲੱਗੇ ਹੁੰਦੇ ਸੀ। ਉਹ ਕਹਿੰਦਾ ਜੀ ਆਹ ਰੈਜ਼ਿਸਟਰ ਸੜੀ ਪਈ ਆ, ਉਹ ਚੈੱਕ ਕਰਦਾ, ਉਹ ਕਹਿੰਦਾ ਜੀ ਆਹ ਰੈਜ਼ਿਸਟਰ ਸੜੀ ਪਈ, ਇਹ ਬਦਲ ਦਿੰਨੇ ਆਪਾਂ। ਆਹ ਕੈਪੈਸਿਟਰ ਖਰਾਬ ਹੋ ਗਿਆ, ਆਹ ਬਦਲ ਦਿੰਨੇ ਆਪਾਂ। ਠੀਕ ਹੈ, ਉਹ ਸਾਰੇ ਕੰਪੋਨੈਂਟ ਨੂੰ ਡਿਵਾਈਸ ਤੇ ਅਰੇਂਜ ਕਰਨ ਵਾਸਤੇ ਸਪੇਸ ਚਾਹੀਦੀ ਹੁੰਦੀ ਸੀ। ਇਸ ਲਈ ਉਸ ਵੇਲੇ ਜਿਹੜੇ ਟੀਵੀ ਦੀ ਬੈਕ ਪਲੇਟ ਹੁੰਦੀ ਸੀ ਨਾ ਉਹ ਏਡੀ ਵੱਡੀ ਮੇਰੇ ਕੋਲ ਪਲੇਟ ਹੁੰਦੀ ਸੀ, 2-2 3-3 ਫੁੱਟ ਦੀ ਮੇਰੇ ਕੋਲ ਜਿਹੜੀ ਆ ਉਹ ਪਲੇਟ ਹੁੰਦੀ ਸੀ। ਹੌਲੀ ਟਾਈਮ ਦੇ ਨਾਲ ਕੀ ਚੇਂਜਸ ਹੁੰਦੀਆਂ ਗਈਆਂ, ਅਸੀਂ ਆਈਸੀ ਫੈਬਰੀਕੇਟ ਕਰਨੇ ਸ਼ੁਰੂ ਕੀਤੇ। ਆਈਸੀ ਕਹਿੰਦੇ ਇੰਟੀਗ੍ਰੇਟਿਡ ਸਰਕਟ ਨੂੰ। ਉਹ ਚ ਕੀ ਹੋਇਆ ਕਿ ਇਸ ਹੱਥ ਜਿੰਨੀ ਥਾਂ ਦੇ ਉੱਤੇ ਨਾ, ਠੀਕ ਹੈ ਜੀ, ਉਹਨਾਂ ਨੇ 100 ਕੰਪੋਨੈਂਟ ਕੋਲ ਕਰਕੇ ਲਾ ਲਏ। ਠੀਕ ਹੈ, ਉਹ ਇਹਨੂੰ ਇੱਕ ਯੂਨਿਟ ਬਣਾ ਕੇ ਤਿਆਰ ਕਰ ਲਿਆ। ਉਹ ਕਹਿੰਦਾ ਜੀ ਜਿੱਥੇ ਤੁਹਾਨੂੰ ਆਹ 100 ਸਰਕਟ ਵਾਲਾ ਡਿਵਾਈਸ ਚਾਹੀਦਾ ਨਾ ਉੱਥੇ ਇਹਦੀ ਇੱਕ ਕੰਡੈਂਸ ਫਾਰਮ ਬਣ ਗਈ। ਠੀਕ ਹੈ ਜੀ, ਉਹਨੂੰ ਉਹਨਾਂ ਨੇ ਐਸਾ ਚ ਪਿੰਨਾਂ ਲਾਤੀਆਂ। ਉਹ ਕਹਿੰਦਾ ਜੀ ਸਰਕਟ ਦੇ ਅੰਦਰ ਆਹ ਥਾਂ ਤੇ ਇਹ ਲਗਾ ਦਿੱਤਾ ਗਿਆ, ਇਹਦਾ ਮਤਲਬ ਇੱਕ ਚਿਪ ਲੱਗ ਗਈ। ਉਹਨੂੰ ਅਸੀਂ ਨਾਮ ਦਿੱਤਾ ਇੰਟੀਗ੍ਰੇਟਿਡ ਸਰਕਟ। ਇੰਟੀਗ੍ਰੇਟ ਇਕੱਠਾ ਕਰਕੇ ਇੱਕ ਸਰਕਟ ਬਣਾ ਲਿਆ। ਠੀਕ ਹੈ ਜੀ, ਹੁਣ ਤੁਸੀਂ ਉਸ ਸਰਕਟ ਨੂੰ ਖੋਲ ਨਹੀਂ ਸਕਦੇ।
ਜਿੱਦਾਂ ਪੁਰਾਣੇ ਟਾਈਮ 'ਚ ਜਿਹੜੇ ਸਰਕਟ ਬਣਦਾ ਸੀ ਉਹਦੀ ਇੱਕ ਐਡਵਾਂਟੇਜ ਵੀ ਸੀਗੀ ਕਿ ਉਹਦੇ ਵਿੱਚ ਇੱਕ ਰਜਿਸਟਰ ਉਹਨੇ ਟੈਸਟ ਕਰਕੇ ਦੇਖੀ ਖਰਾਬ ਆ, ਉਹ ਰਜਿਸਟਰ ਬਦਲ ਦਿੰਦਾ ਸੀਗਾ। ਅੱਜ ਦੀ ਡੇਟ 'ਚ ਇਦਾਂ ਨਹੀਂ ਹੈਗਾ, ਠੀਕ ਹੈ ਜੀ। ਡੇ ਬਾਏ ਡੇ ਜਿੱਦਾਂ ਜਿੱਦਾਂ ਟੈਕਨੋਲੋਜੀ ਐਡਵਾਂਸ ਹੁੰਦੀ ਚਲੇ ਗਈ, ਠੀਕ ਹੈ ਜੀ, ਏਡੇ ਵੱਡੇ ਹੱਥ ਦੇ ਜਿੰਨੇ ਸਰਕਟ ਦੇ ਉੱਤੇ 100 ਕੰਪੋਨੈਂਟ ਪਹਿਲਾਂ ਲੱਗਦੇ ਸੀ, ਫਿਰ ਹੌਲੀ ਹੌਲੀ ਟਾਈਮ ਆਇਆ ਕਿ ਵੀ ਹੱਥ ਦਾ ਇੰਨਾ ਪੋਰਸ਼ਨ ਰਹਿ ਗਿਆ, ਉਹ 'ਚ 100 ਕੰਪੋਨੈਂਟ ਲੱਗਣੇ ਸ਼ੁਰੂ ਹੋਏ, ਫਿਰ ਇੰਨੇ ਪੋਰਸ਼ਨ 'ਚ ਲੱਗਣੇ ਸ਼ੁਰੂ ਹੋਏ। ਅੱਜ ਦੀ ਡੇਟ ਦੇ ਅੰਦਰ ਫਿੰਗਰ ਦੀ ਇੰਨੀ ਟਿਪ ਦੇ ਉੱਤੇ ਮੇਰੇ ਕੋਲ ਜਿਹੜੇ ਅਸੀਂ ਮੰਨਦੇ 1000 ਆਫ ਕੰਪੋਨੈਂਟ ਜਿਹੜੇ ਆ ਉਹ ਇੰਨੀ ਥਾਂ ਤੇ ਇੰਸਟਾਲ ਕਰ ਦਿੱਤੇ ਜਾਂਦੇ ਆ, ਠੀਕ ਹੈ ਜੀ। ਤੇ ਇਹਨੂੰ ਚਿਪ ਬਣਾ ਕੇ ਤੁਹਾਡੇ ਸਰਕਟ ਦੇ ਅੰਦਰ ਲਾ ਦਿੱਤਾ ਜਾਂਦਾ, ਤੇ ਜਦੋਂ ਕਿਤੇ ਐਸਐਚਓ ਕਨੈਕਸ਼ਨ ਚੈੱਕ ਕਰਦੇ ਕਿ ਵੀ ਕੋਈ ਪ੍ਰੋਬਲਮ ਹੈਗੀ, ਉਹ ਕਹਿੰਦਾ ਜੀ ਇਹ ਤੁਹਾਡੀ ਚਿਪ ਸੜੀ ਪਈ। ਭਾਵੇਂ ਉਸ ਚਿਪ ਦੇ ਅੰਦਰ ਇੱਕ 50 ਪੈਸੇ ਵਾਲੀ ਸਿਰਫ ਰਜਿਸਟਰ ਸੜੀ ਹੋਵੇ, ਪਰ ਉਹ ਰਜਿਸਟਰ ਨਹੀਂ ਰਿਪਲੇਸ ਹੋ ਸਕਦੀ, ਠੀਕ ਹੈ, ਕਿਉਂਕਿ ਉਹ ਸੈਂਪਲਿੰਗ ਕਰਕੇ ਇੱਕ ਸਿੰਗਲ ਯੂਨਿਟ ਬਣਾ ਦਿੱਤਾ ਗਿਆ। ਤੇ ਉਹ ਕਹਿੰਦਾ ਜੀ ਇਹ ਚਿਪ ਸੜ ਗਈ, ਇਹ 5000 ਦੀ ਚਿਪ ਪੈਣੀ, ਤੇ ਉਹ ਚਿਪ ਹੀ ਬਦਲੀ ਜਾਂਦੀ। ਗੱਲ ਸਮਝ ਲੱਗਦੀ ਪਈ? Yes, sir. Yes, sir. ਮਤਲਬ ਇਹ Yes, ਆਪਣੇ sir. ਆਪ 'ਚ ਅਸੀਂ ਜਿੰਨੀ ਹੋਵੇ ਤੇ ਇੱਕ ਲਿਮਿਟੇਸ਼ਨ ਗਿਣ ਸਕਦੇ ਹਾਂ ਕਿ ਵੀ ਡਿਵਾਈਸ ਦੇ ਅੰਦਰ ਤੁਸੀਂ ਇੰਡੀਵਿਜੂਅਲ ਕੰਪੋਨੈਂਟ ਜਿਹੜਾ ਨਾ ਉਹ ਨਹੀਂ ਤੁਸੀਂ ਰਿਪਲੇਸ ਕਰ ਸਕਦੇ, ਠੀਕ ਹੈ, ਪਰ ਉਹ ਪੂਰੇ ਦੀ ਪੂਰੀ ਚਿਪ ਜਿਹੜੀ ਇੰਟੀਗ੍ਰੇਟਿਡ ਸਰਕਟ ਆ ਉਹਨੂੰ ਰਿਪਲੇਸ ਕਰਦੇ। ਪਰ ਦੂਜੇ ਪਾਸੇ ਇਹਦੇ ਇਸ ਯੂਜ਼ਸ ਕਹਿ ਲਓ ਕਿ ਇਹਦੀ ਇਸ ਐਡਵਾਂਸਮੈਂਟ ਦੇ ਕਰਕੇ ਹਨਾ ਇਹਦੀ ਯੂਜ਼ਸ ਇੰਨੀ ਜ਼ਿਆਦਾ ਵੱਧ ਗਈ ਕਿ ਅੱਜ ਦੀ ਡੇਟ ਦੇ ਅੰਦਰ ਆਪਾਂ ਨੂੰ ਟੇਬਲ ਦੇ ਉੱਤੇ ਟੀਵੀ ਰੱਖਣ ਵਾਸਤੇ ਹਨਾ 4 ਫੁੱਟ ਦੀ ਚੌੜੀ ਥਾਂ ਨਹੀਂ ਚਾਹੀਦੀ। ਤੁਸੀਂ ਦੀਵਾਰ ਦੇ ਉੱਤੇ 1 ਫੁੱਟ ਜਿੰਨੀ ਥਾਂ ਲੈ ਕੇ, 1 ਫੁੱਟ ਵੀ ਬਹੁਤ ਜ਼ਿਆਦਾ ਬੋਲ ਰਿਹਾ, ਠੀਕ ਹੈ ਨਾ, 6 ਇੰਚ ਦੀ ਥਾਂ ਲੈ ਕੇ ਉਹਦੇ 'ਚ ਆਪਣੀ ਐਲਈਡੀ ਦੀਵਾਰ ਤੇ ਲਾ ਜਾਂਦੇ। ਇਹਦਾ ਮਤਲਬ ਹੈ ਡਿਵਾਈਸ ਦਾ ਸਾਈਜ਼ ਜਿਹੜਾ ਉਹ ਰਿਡਿਊਸ ਹੁੰਦਾ ਚਲਾ ਗਿਆ। ਫਿਰ ਦੂਜਾ, ਠੀਕ ਹੈ ਜੀ, ਜਿਹੜੀ ਕਾਸਟ ਹੈਗੀ ਆ that is one of the major factor, ਠੀਕ ਹੈ, ਲਾਰਜ ਸਕੇਲ ਪ੍ਰੋਡਕਸ਼ਨ ਹੋਣ ਕਰਕੇ ਇਹਦੀ ਜਿਹੜੀ ਕਾਸਟ ਹੈਗੀ ਆ ਉਹ ਬਹੁਤ ਰਿਡਿਊਸ ਹੋ ਗਈ। ਫਿਰ ਜਿਹੜੇ ਇਹ ਸਾਰੇ ਦੇ ਸਾਰੇ ਕੰਪੋਨੈਂਟ ਅਸੀਂ ਬਣਾਉਣੇ ਪਏ ਆ ਹਨਾ, ਇਹਨਾਂ ਦਾ ਬੇਸ ਮਟੀਰੀਅਲ ਜਿਹੜਾ ਵਾ ਉਹ ਸਿਲੀਕਨ ਆ। ਸਿਲੀਕਨ ਇਜ਼ ਵਨ ਆਫ ਦਾ ਸੈਮੀ ਕੰਡਕਟਿੰਗ ਮਟੀਰੀਅਲ। ਮੈਂ ਹੁਣ ਆਪਣੀ ਅਗਲੀ ਗੱਲ ਨੂੰ ਤੁਰਨ ਲੱਗਿਆ। ਜਿੰਨੀ ਵੀ ਤੁਹਾਡੀ ਅੱਜ ਦੀ ਡੇਟ 'ਚ ਜਿੰਨੀ ਵੀ ਇਲੈਕਟ੍ਰੋਨਿਕ ਦੀ ਐਡਵਾਂਸਮੈਂਟ ਆ ਹਨਾ, ਉਹਦਾ ਸਾਰੇ ਦਾ ਬੇਸ ਜਿਹੜਾ ਵਾ ਉਹ ਇੱਕ ਮਟੀਰੀਅਲ ਆ, ਅਸੀਂ ਉਹਨੂੰ ਨਾਮ ਦਿੰਦੇ ਸਿਲੀਕਨ, ਠੀਕ ਆ। ਤੁਸੀਂ ਸਾਰਿਆਂ ਨੇ ਸੁਣਿਆ USA ਦੇ ਅੰਦਰ ਸਿਲੀਕਨ ਵੈਲੀ ਆ, ਸੁਣਿਆ ਜੀ? Yes, sir. Yes, sir. Yes, sir. ਸਿਲੀਕਨ ਵੈਲੀ ਆ। ਇੰਡੀਆ 'ਚ ਅਸੀਂ ਕਹਿ ਦਈਏ ਬੰਗਲੌਰ ਹੋ ਗਿਆ, ਹੈਦਰਾਬਾਦ ਵਾਲਾ ਰੀਜਨ ਹੋ ਗਿਆ, ਇਹਨੂੰ ਸਿਲੀਕਨ ਵੈਲੀ ਕਹਿ ਦਿੰਦੇ। ਸਿਲੀਕਨ ਵੈਲੀ ਵਾਲੇ ਵਰਡ 'ਚ ਸਿਲੀਕਨ ਕਿਉਂ ਹੀ ਯੂਜ਼ ਹੋਇਆ? ਕਿਉਂਕਿ ਸਿਲੀਕਨ ਤੁਹਾਡੇ ਕੋਲ ਅੱਜ ਦੀ ਡੇਟ ਦੇ ਅੰਦਰ ਅਸੀਂ ਇਹਨੂੰ ਇਹ ਕਹਿ ਸਕਦੇ ਇਟ ਇਜ਼ ਦਾ ਬੈਕਬੋਨ ਆਫ ਇਲੈਕਟ੍ਰੋਨਿਕ ਇੰਡਸਟਰੀ। ਇਹਨੀ ਸਾਡੀ ਸਾਰੀ ਇਲੈਕਟ੍ਰੋਨਿਕ ਇੰਡਸਟਰੀ ਦਾ ਜਿਹੜਾ ਬੇਸ ਹੈਗਾ ਨਾ, ਠੀਕ ਹੈ ਜੀ, ਉਹ 'ਚ ਮੇਨ ਮਟੀਰੀਅਲ ਜਿਹੜਾ ਵਾ ਉਹ ਸਿਲੀਕਨ ਆ, which is one of the semiconductor material। ਯਾਨੀ ਸੈਮੀਕੰਡਕਟਰ ਮਟੀਰੀਅਲ ਦੀ ਐਸ ਸੱਚ ਯੂਜ਼ਸ ਜਿਹੜੀ ਹੈਗੀ ਆ ਹਨਾ, ਉਹ ਇੰਨੀ ਕੁ ਜ਼ਿਆਦਾ ਹੈਗੀ ਕਿ ਅੱਜ ਦੀ ਡੇਟ ਦੀ ਇਲੈਕਟ੍ਰੋਨਿਕ ਇੰਡਸਟਰੀ ਉਸ ਤੋਂ ਬਿਨਾ ਚੱਲ ਹੀ ਨਹੀਂ ਸਕਦੀ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਚਲ, ਜਿੰਨੀ ਗੱਲ ਕੀਤੀ ਸਿਰਫ ਔਰ ਸਿਰਫ ਤੁਹਾਡੇ ਇੱਕ ਜਾਂ ਦੋ ਪੈਰਿਆਂ ਦੇ ਵਿੱਚ ਸਾਰਾ ਕੁਝ ਹੈਗਾ, ਤੁਹਾਨੂੰ ਮਿਲ ਜਾਏਗਾ ਜਰਨਲ ਪੜ੍ਹਨ ਵਾਸਤੇ ਕਿ ਆਪਣੇ ਕੋਲ ਐਸ ਸੱਚ ਜਿਹੜੇ ਪਹਿਲੇ ਡਿਵਾਈਸਿਸ ਸੀਗੇ ਉਹਨਾਂ ਨੂੰ ਅਸੀਂ ਡਾਇਓਡ ਕਹਿੰਦੇ ਸੀਗੇ, ਟਰਾਈਓਡ ਕਹਿੰਦੇ ਸੀਗੇ, ਪੈਂਟੋਡ ਕਹਿੰਦੇ ਸੀਗੇ। ਮਤਲਬ 5 ਟਰਮੀਨਲ ਵਾਲਾ ਡਿਵਾਈਸ ਆ, 4 ਵਾਲਵ ਵਾਲਾ ਡਿਵਾਈਸ ਆ, 3 ਵਾਲਵ ਵਾਲਾ ਡਿਵਾਈਸ ਆ, ਪਰ ਉਹਨਾਂ ਸਾਰਿਆਂ ਦੇ ਅੰਦਰ ਮੇਨ ਟੈਕਨੋਲੋਜੀ ਵੈਕਿਊਮ ਟਿਊਬ ਦੀ ਸੀ। ਤੇ ਉਹਦੀ ਆਪਣੇ ਆਪ 'ਚ ਮੈਂ ਬਾਰ-ਬਾਰ ਕਹਿ ਰਿਹਾ ਕਿ ਕੁਝ ਇੱਕ ਲਿਮਿਟੇਸ਼ਨਸ ਆ ਗਈਆਂ ਕਿ ਵੀ ਉਹ ਹੀਟਿੰਗ ਇਫੈਕਟ, ਹੀਟ ਦੀ ਫਾਰਮ 'ਚ એનર્ਜੀ ਲਾਸ ਬਹੁਤ ਸੀ। ਦੂਜਾ, ਉਹ ਡਿਵਾਈਸਿਸ ਦਾ ਰਿਸਪੌਂਸ ਜਿਹੜਾ ਬਹੁਤ ਸਲੋ ਸੀਗਾ, ਉਹ ਡਿਵਾਈਸਿਸ ਰਿਲਾਇਬਲ ਡਿਵਾਈਸਿਸ ਨਹੀਂ ਸੀਗੇ, ਐਕੂਰੇਸੀ ਉਹਦੀ ਘੱਟ ਸੀਗੀ, ਠੀਕ ਹੈ। ਜਦ ਕਿ ਇਹ ਸਾਰੇ ਦੇ ਸਾਰੀਆਂ ਐਸ ਸੱਚ ਲਿਮਿਟੇਸ਼ਨ ਓਵਰਕਮ ਕਰਕੇ ਅੱਜ ਦੀ ਡੇਟ 'ਚ ਅਸੀਂ ਜਿਹੜਾ ਵਾ ਉਹ ਸਾਰਾ ਸੈਮੀ ਕੰਡਕਟਰ ਬੇਸ ਟੈਕਨੋਲੋਜੀ ਜਿਹੜੀ ਉਹ ਅਸੀਂ ਯੂਜ਼ ਕਰ ਰਹੇ ਹਾਂ। ਕਿਆ ਗੱਲ ਸਮਝ ਲੱਗੀ? Yes, sir. Yes, sir. Yes, sir. ਇਸੇ ਨੂੰ ਕੰਟੀਨਿਊ ਕਰਾਂਗਾ। ਹੁਣ ਇਸ ਤੋਂ ਅੱਗੇ ਚੱਲੀਏ ਤੇ ਕਲਾਸੀਫਿਕੇਸ਼ਨ ਆਫ ਦਾ ਕਹਿੰਦਾ ਜੀ ਡਿਫਰੈਂਟ ਮਟੀਰੀਅਲ। ਅਸੀਂ ਮਟੀਰੀਅਲ ਜਿੰਨੇ ਸਾਡੇ ਕੋਲ ਇਲੈਕਟ੍ਰੋਨਿਕ ਇੰਡਸਟਰੀ 'ਚ ਯੂਜ਼ ਹੁੰਦੇ ਉਹਨੂੰ ਅਸੀਂ 3 ਕੈਟੇਗਰੀ 'ਚ ਡਿਵਾਈਡ ਕਰਦੇ ਹਾਂ। ਨੰਬਰ 1 ਕੰਡਕਟਰਸ ਆ ਗਏ, ਨੰਬਰ 2 ਇਨਸੂਲੇਟਰ ਆ ਗਏ, ਨੰਬਰ 3 ਸੈਮੀਕੰਡਕਟਰ ਆ ਗਏ। ਕੰਡਕਟਰਸ ਅਸੀਂ ਕਿਹਨਾਂ ਨੂੰ ਕਹਿੰਦੇ? ਕਹਿੰਦਾ ਜੀ ਦੋਜ਼ ਮਟੀਰੀਅਲ ਵਿਚ ਵਿਲ ਹੈਵ ਦਾ ਹਾਈ ਵੈਲਿਊ ਆਫ ਕੰਡਕਟਿਵਿਟੀ। ਜਿਹੜਾ ਮਟੀਰੀਅਲ ਦੀ ਕੰਡਕਟਿਵਿਟੀ ਮੇਰੇ ਕੋਲ ਲਾਰਜ ਆ, ਸੱਚ ਐਸ ਕਾਪਰ ਆ ਗਿਆ, ਸਿਲਵਰ ਆ ਗਿਆ, ਐਲੂਮੀਨੀਅਮ ਆ ਗਿਆ,
ये सारे दे सारे मेरे जिहड़े ने ये अपने आप च मेरे कंडक्टिंग मटीरियल्स हो गए, कंडक्टर्स ने, इंसुलेटर। ठीक है, हुण जे मैं गल करा मैनूं इंसुलेटर की लोड़ आ, ते बेटे जदों मैं एस सच आ फिंगर बेस की गल उही दोबारा कर रहा, इन्नी थां ते 10,000 कंपोनेंट जे मैं इंस्टॉल कीते आ, रजिस्टर कैपेसिटर ये सारे डिफरेंट कंपोनेंट जदों इन्नी थां ते इंस्टॉल कीते ते वो कंपोनेंट एक दूजे दे इन्ने क ज्यादा क्लोज ने, ठीक है जी, कि एक दूजे ना किते टच कर सकते हैं क्योंकि थां है नहीं बहन जोगी उन्हां दे, ठीक है, एक दूजे दे बहुत क्लोज ने, ਉਹਦੇ ਕਰਕੇ ਇਹਨਾਂ ਕੰਪੋਨੈਂਟ ਦੇ ਵਿੱਚ ਸ਼ਾਰਟ ਸਰਕਟਿੰਗ ਹੋ ਸਕਦੀ, ਠੀਕ ਹੈ। ਤੇ ਇਹਨਾਂ ਡਿਵਾਈਸਿਸ ਦੀ ਇੱਕ ਐਡਵਾਂਟੇਜ ਵੀ ਆ ਤੇ ਡਿਸਐਡਵਾਂਟੇਜ ਵੀ ਆ ਕਿ ਜਿਹੜੇ ਪੁਰਾਣੇ ਵੈਕਿਊਮ ਟਿਊਬ ਬੇਸਡ ਡਿਵਾਈਸਿਸ ਸੀਗੇ ਨਾ ਉਹ ਹਾਈ ਵੋਲਟੇਜ ਤੇ ਹਾਈ ਪਾਵਰ ਤੇ ਆਪਰੇਟ ਹੁੰਦੇ ਸੀਗੇ, ਉਹਦੇ ਕਰਕੇ ਮਾੜੀ ਮੋਟੀ ਵੋਲਟੇਜ ਦੀ ਫਲਕਚੁਏਸ਼ਨ ਹੋ ਵੀ ਗਈ, 220 ਵੋਲਟ ਦੀ ਥਾਂ ਤੇ 190 ਵੋਲਟ ਵੀ ਰਹਿ ਗਏ ਤੇ ਡਿਵਾਈਸ ਚੱਲ ਜਾਂਦਾ ਸੀ। पर जिहड़े हुण सैमी कंडक्टर बेस्ड डिवाइसिस आ बाजारों आपां लड़ियां लिया के लाने दिवाली दिवाली दे उत्ते उहनां च LEDs लगियां हुंदियां, Yes, sir. ठीक है ना। ये जिन्ने डिवाइसिस ने तुसीं देखो वो 5000 बल्ब दी LED तुसीं जिहड़ी आ अपने अपने नॉर्मल प्लग दे उत्ते ला के चला दिंदे हो, ये सारे डिवाइसिस जिहड़े ने, ठीक है जी, पुराने टाइम दे डिवाइसिस जिहड़े सीगे 10 मिनट चलदे सी ते रज के हीट प्रोड्यूस करदे सी, ठीक है। होने वाले जिहड़े डिवाइसिस ने इन्हां च हीट ही नहीं हुंदी, ठीक है, पूरी रात तुसी दिवाली वाले दिन लाइटां जगा के छड़ के सौ जांदे हो, अगले दिन सवेरे उठ के भी देख दो तो बल्ब ठंडे दा ठंडा ही है। ਇਹਦਾ ਮਤਲਬ ਹੈ ਇਹ ਲੋ ਪਾਵਰ ਤੇ ਲੋ ਵੋਲਟੇਜ ਆਪਰੇਟਿੰਗ ਡਿਵਾਈਸਿਸ ਨੇ ਜਿਹਦੇ ਕਰਕੇ એનર્ਜੀ ਲਾਸਸ ਨਹੀਂ ਹੈਗੇ, ਪਰ ਇੱਕ ਲਿਮਿਟੇਸ਼ਨ ਵੀ ਹੈ ਕਿ ਵੀ ਇਹਨਾਂ ਡਿਵਾਈਸਿਸ ਦੇ ਅੰਦਰ ਹਲਕੀ ਜੀ ਵੀ ਵੋਲਟੇਜ ਦੀ ਫਲਕਚੁਏਸ਼ਨ ਜਿਹੜੀ ਆ, ਠੀਕ ਹੈ ਜੀ, ਉਹ ਇਹਨਾਂ ਡਿਵਾਈਸਿਸ ਨੂੰ ਡੈਮੇਜ ਕਰ ਸਕਦੀ ਹੈ। ਗੱਲ ਸਮਝ ਲੱਗੀ? Yes, sir. Yes, sir. ਇਸ ਲਈ Yes, sir. ਇਹਨਾਂ ਡਿਵਾਈਸਿਸ ਦੇ ਅੰਦਰ ਅਸੀਂ ਜਿਹੜੇ ਫਿਰ ਐਸ ਸੱਚ ਇੱਕ ਕੰਪੋਨੈਂਟ ਨੂੰ ਦੂਜੇ ਕੰਪੋਨੈਂਟ ਜਦੋਂ ਬਹੁਤ ਕਲੋਜ਼ ਲੈ ਕੇ ਆਨੇ ਨਾ ਤੇ ਅਸੀਂ ਉਹਨਾਂ ਦੋ ਕੰਪੋਨੈਂਟ ਦੇ ਵਿੱਚ ਗੱਭੇ ਇੱਕ ਸਿਲੀਕਨ ਡਾਈਆਕਸਾਈਡ ਜਿਹੜਾ ਕਿ ਇਨਸੂਲੇਟਿੰਗ ਮਟੀਰੀਅਲ ਆ ਉਹਦੀਆਂ ਐਸ ਸੱਚ ਹਰ ਕੰਪੋਨੈਂਟ ਨੂੰ ਦੂਜੇ ਕੰਪੋਨੈਂਟ ਤੋਂ ਸੈਪਰੇਟ ਕਰਨ ਵਾਸਤੇ ਵਿੱਚ ਸਿਲੀਕਨ ਡਾਈਆਕਸਾਈਡ ਦੀ ਲੇਅਰ ਬਿਲਡ ਅਪ ਕਰ ਦਿੰਦੇ, ठीक है। इन्हों नाम दिता जाता इदां दे जिहड़े सर्किट बनते ना इन्हों कहा जाता PCB, प्रिंटेड सर्किट बोर्ड। तुसी अपने मोबाइल दा पुराने दा कोई टुटिया होवे ओदा चार्जर कढ के देखो तुहानूं ओदे अंदर एक निक्की जी जिहड़ी प्लेट दिखदी आ ਉਹ ਚ ग्रीन कलर दे नाल सारा सर्किट डिजाइन होया दिखूगा, ओदे ते निक्के निक्के टांके लगे हुए आ बस। ਇਹਦਾ मतलब सारे उन्हां ਥਾਵਾਂ ਤੇ ਕੰਪੋਨੈਂਟ ਲਾਏ ਗਏ ਨੇ ਤੇ ਹਰ ਕੰਪੋਨੈਂਟ ਦੂਜੇ ਕੰਪੋਨੈਂਟ ਤੋਂ ਇਨਸੂਲੇਟ ਕੀਤਾ ਜਾਂਦਾ। So insulator वो material हो गए which do not allow the current to कहना जी pass through them, ठीक है। थोड़े को रबर आ गई, wood आ गई या जिन्ने भी होर मेरे को इदा दे सच कह लो मटीरियल्स ने वो इंसुलेशन का काम करते हैं। ते इलेक्ट्रॉनिक इंडस्ट्री दे अंदर असीं सिलिकॉन डाइऑक्साइड जिहड़ा है ना ओनू एज एन इंसुलेटिंग मटीरियल भी यूज करते हैं। थर्ड पहला हो गया कंडक्टर, सैकेंड हो गया अपने को इंसुलेटर ते थर्ड आ गया सैमी कंडक्टर। Semiconductor material अपने आप की ने which behave as an insulator at a low temperature, which behave as a conductor as the temperature increases। असे second unit च भी पढ़िया सी semiconductor material जदों low temperature ते हैगे आ ते उन्हां दा behavior insulator दी तरह वा, ठीक है। ते जेड़े मेरे कोल semiconductor material दा जिद्दां जिद्दां temperature वधदा जांदा ਤੇ ਇਟਸ ਕੰਡਕਟਿਵਿਟੀ ਵਿਲ ਗੋਇੰਗ ਔਨ ਇਨਕਰੀਜ਼ਿੰਗ ਤੇ ਉਹ ਮਟੀਰੀਅਲ ਦਾ ਇਲੈਕਟ੍ਰੀਕਲ ਬਿਹੇਵੀਅਰ ਜਿਹੜਾ ਵਾ ਉਹ ਵਧੀਆ ਹੁੰਦਾ ਜਾਂਦਾ। ਤੇ ਨਾਰਮਲੀ ਆਪਾਂ ਜਦੋਂ ਕਿਸੇ ਸਰਕਟ ਨੂੰ ਯੂਜ਼ ਕਰਦੇ ਹਾਂ ਉਹ ਚ ਹੀਟ ਬਣਦੀ, ਉਹ ਹੀਟ ਦੇ ਕਰਕੇ ਮਟੀਰੀਅਲ ਦਾ ਜੇ ਟੈਂਪਰੇਚਰ ਵੱਧਦਾ ਵਾ ਤੇ ਇਹ ਸੈਮੀ ਕੰਡਕਟਰ ਮਟੀਰੀਅਲ ਦੀ ਕੰਡਕਟਿਵਿਟੀ ਉਹਦੇ ਨਾਲ ਇਨਕਰੀਜ਼ ਹੋ ਜਾਂਦੀ ਹੈ, ठीक है। ते अपने को डिफरेंट टाइप के सैमी कंडक्टर मटीरियल्स ने जिन्होंने असीं नॉर्मली दो कैटेगरी च जिहड़ा कैटेगराइज करते हैं, एक एलीमेंटल सैमी कंडक्टर, एक कंपाउंड सैमी कंडक्टर। एलीमेंटल सैमी कंडक्टर जिहड़े आ गए जिवें सिलिकॉन आ, जर्मेनियम आ, ये मेरे एलीमेंट दी फॉर्म च सैमी कंडक्टर। ते जिहड़े मेरे कंपाउंड फॉर्म च सैमी कंडक्टर आ वो अगे उन्हें डिवाइड करते ऑर्गेनिक ते इनऑर्गेनिक। कुछ नेचर च सानू इदां दे कंपाउंड भी मिलते जिहड़ा दा बिहेवियर सैमी कंडक्टिंग मटीरियल्स वाला हैगा, पर अपनी ओदी लोड़ नहीं पैनी, सानू मेन जिहड़े कंपाउंड फॉर्म च सैमी कंडक्टर चाहिए आ
ਉਹਨਾਂ ਚ ਜਿੱਦਾਂ ਆ ਜਾਂਦਾ ਗੈਲੀਅਮ ਆਰਸੇਨਾਈਡ। ਗੈਲੀਅਮ ਤੇ ਆਰਸੈਨਿਕ ਦਾ ਕੰਪਾਊਂਡ ਫਾਰਮ ਜਿਹੜੀ ਆ ਉਹ ਗੈਲੀਅਮ ਆਰਸੇਨਾਈਡ ਜਿਹੜਾ ਉਹ ਕੰਪਾਊਂਡ ਫਾਰਮ ਚ ਸੈਮੀਕੰਡਕਟਰ ਦਾ ਰੋਲ ਪਲੇ ਕਰਦਾ। ਗੈਲੀਅਮ ਫਾਸਫਾਈਡ, ਗੈਲੀਅਮ ਤੇ ਫਾਸਫੋਰਸ ਦਾ ਕੰਪੋਜੀਸ਼ਨ ਜਿਹੜੀ ਆ ਮਿਲਾ ਕੇ ਉਹ ਗੈਲੀਅਮ ਫਾਸਫਾਈਡ ਤੁਹਾਡੇ ਕੋਲ ਉਹ ਸੈਮੀਕੰਡਕਟਰ ਕੰਪਾਊਂਡ ਆ। ਗੈਲੀਅਮ ਆਰਸੇਨਾਈਡ ਫਾਸਫਾਈਡ, ਇੰਡੀਅਮ ਫਾਸਫਾਈਡ, ਕੁਛ ਇੱਕ ਨਾਮ ਬੋਲਦਾ ਪਿਆ, ਇਹ ਸਾਰੇ ਦੇ ਸਾਰੇ ਮੇਰੇ ਜਿਹੜੇ ਨੇ ਇਹ ਕੰਪਾਊਂਡ ਸੈਮੀਕੰਡਕਟਰ ਨੇ। ਪਰ ਆਪਣੇ ਸਿਲੇਬਸ ਚ ਸਿਰਫ ਔਰ ਸਿਰਫ ਜਿਹੜੇ ਚੱਲਣੇ 2000 ਦਾ ਐਲੀਮੈਂਟਲ ਸੈਮੀਕੰਡਕਟਰ ਯਾਨੀ ਸਿਲੀਕਨ ਔਰ ਜਰਮੇਨੀਅਮ, ਇਹੀ ਅਸੀਂ ਮੇਨ ਯੂਜ਼ ਦੇ ਵਿੱਚ ਪੜ੍ਹਨੇ ਆ। क्या इना क्लियर है? Yes, Yes, sir. sir. Yes, sir. Yes, sir. Yes, sir. चलो जिन्नी गल करके हटिया, जे इनू बुक के हिसाब नाल सोच के चलीए तो सिर्फ एक पेज होया जी। फ्रंट पेज ते एक ते अद्धे पेज ते इंट्रोडक्शन है ते बैक पेज ते तुहानू टाइप ऑफ सेमीकंडक्टर आपां सिर्फ एक्सप्लेन कीता। अपना नेक्स्ट टॉपिक जिहड़ा इस चैप्टर दा बनना, इस चैप्टर च इक्को ही बड़ा टॉपिक आ, एक ही बड़ा टॉपिक आ, ठीक है जी, बैंड थ्योरी ऑफ सॉलिड। ठीक है, जस्ट इंट्रो दे के छड़ दांगा, कल इनू करांगे। और टॉपिक ये अपने को अगले सारे टॉपिक दे नाल जुड़ के चलना। अगला मतलब 9A वाला पूरा ही चैप्टर कुछ यही चीज़ां बार बार यूज आनी, इसलिए क्लास मिस ना करियो। कल वाली जिहड़ी होएगी नेक्स्ट क्लास, बैंड थ्योरी ऑफ सॉलिड। एक वर्ड यूज होया बैंड, बैंड किनू कहां कहना जी, सॉलिड मटीरियल जिहड़े ने ਅਸੀਂ ਕਹਿੰਦੇ ਉਹਨਾਂ ਦੇ ਵਿੱਚ ਬੈਂਡ ਬਣਦੇ ਨੇ। ਕੈਮਿਸਟਰੀ ਚ ਪੜਿਆ ਹੋਇਆ ਵੈਸੇ ਤੁਹਾਡਾ ਥੋੜਾ ਬੜਾ ਇਹ ਚੀਜ਼ਾਂ। ਬੈਂਡ ਅਸੀਂ ਨਾਮ ਦਿੰਦੇ ਗਰੁੱਪ ਆਫ એનર્ਜੀ ਲੈਵਲਸ। ਜਦੋਂ ਅਸੀਂ ਬਹੁਤ ਸਾਰੇ એનર્ਜੀ ਲੈਵਲ ਦਾ ਇੱਕ ਗਰੁੱਪ ਲੈਂਦੇ ਤੇ ਅਸੀਂ ਗਰੁੱਪ ਨੂੰ ਬੈਂਡ ਬੋਲਦੇ ਹਾਂ। ਠੀਕ ਹੈ, ਅਸੀਂ ਕਹਿੰਦੇ ਜੀ ਗਰੁੱਪ ਆਫ એનર્ਜੀ ਲੈਵਲ, ਠੀਕ ਹੈ ਜੀ, ਦੇ ਆਰ ਟੂ ਬੀ ਕਾਲਡ ਐਜ਼ ਅ ਬੈਂਡ। ਹੁਣ ਇਸ ਟੌਪਿਕ ਚ ਦੱਸਣਾ ਕੀ, ਟੌਪਿਕ ਦਾ ਨਾਮ ਹੋਏਗਾ बैंड थ्योरी ऑफ सॉलिड, ठीक है, या एनर्जी बैंड डायग्राम ऑफ सॉलिड। दोनों चो कुछ वर्ड दे दो, डायग्राम मैं पिछे बनाई सी, कल इसे दी गल शुरू करनी आपां। वो कहंदा कोई असी ऐसा च सैमी कंडक्टर ले लीए, कोई असी कंडक्टर ले ली, हर मटीरियल दे अंदर जदों एटम एटम दे क्लोज आएगा ते इन्हां दी क्लोजनेस दे उत्ते इन्हां दे जिहड़े एनर्जी लेवल्स ने, एक एटम होएगा ओदे K शैल, L शैल, M शैल, जिहड़े ओदे डिफरेंट एनर्जी लेवल्स ने, इहदे दूजे दे आगे फिर अगे इन्हां दे SP-D वाले जिहड़े अगे तुहाडे डिवीजन आ गई। ये सारे दे सारे जदों एटम एक दूजे दे क्लोज आंदे आ, है ना, ते उस मूवमेंट ते इन्हां दे एनर्जी लेवल किदां मॉडिफाई हुंदे आ, उस थ्योरी नूं असीं नाम दिंदे बैंड थ्योरी ऑफ सॉलिड। और इस दे बेस दे उत्ते ही, बैंड थ्योरी दे बेस दे उपर मटीरियल नूं कैटेगराइज कीता जांदा कि गिवन मटीरियल तुहाडा एज सच सैमीकंडक्टर बिहेव करेगा, कंडक्टर बिहेव करेगा या इंसुलेटर होएगा। या उल्ट बोल दियो कि तुहाडे कोल कोई इंसुलेटर है, कोई सैमीकंडक्टर या कोई कंडक्टर है, ओनू देख के तुसीं किद्दां इंटरप्रेट करोगे कि भी ये मटीरियल जिहड़ा ये सैमीकंडक्टर होना चाहिए या ये मटीरियल मेरे कोल कंडक्टर होना चाहिए। उस चीज वास्ते टॉपिक है तुहाडा बैंड थ्योरी ऑफ सॉलिड। क्या इना क्लियर है जी? Yes, Yes, sir. Yes, sir.